गुरु कृपा, 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 गुरु कृपा जय नारको कीनी ते जुगत पछानी, नानक लीन पाया गोबिंद से जो पानी संग पानी। गुरु कृपा, गुरु कृपा, गुरु कृपा, गुरु कृपा, गुरु कृपा। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਨਸਾਨੀ ਜੀਵਨ ਦੇ ਤਿੰਨ ਮੁੱਖ ਟਿਕਾਣੇ ਨੇ, ਮੁੱਖ ਅਸਥਾਨ ਨੇ, ਮੁੱਖ ਆਸਨ ਨੇ। ਇੱਕ ਹੈ ਪਰਿਵਾਰ, ਦੂਸਰਾ ਹੈ ਸੰਸਾਰ ਤੇ ਤੀਸਰਾ ਹੈ ਨਿਰੰਕਾਰ। ਜਨਮ ਇਨਸਾਨ ਦਾ ਪਰਿਵਾਰ ਦੇ ਵਿੱਚ ਹੋਣਾ ਹੈ, ਕਿਰਤ ਇਸ ਦੀ ਸੰਸਾਰ ਦੇ ਵਿੱਚ, ਪਰ ਕੀਰਤ ਨਿਰੰਕਾਰ ਦੀ ਕਰਦਿਆਂ ਸਮਾਈ ਵੀ ਨਿਰੰਕਾਰ ਦੇ ਵਿੱਚ ਹੈ। ਪਰਿਵਾਰ ਇਸ ਦੀ ਰਿਹਾਇਸ਼ਗਾਹ, ਸੰਸਾਰ ਇਸ ਦੀ ਕਰਮ ਭੂਮੀ ਤੇ ਨਿਰੰਕਾਰ ਇਸ ਦੀ ਮੰਜ਼ਿਲ ਹੈ। ਥੋੜੀ ਜਿਹੀ ਹੋਰ ਵਿਆਖਿਆ ਕਰਦਿਆਂ ਸਮਝੀਏ ਤਾਂ ਗੱਲ ਕੁਝ ਐਵੇਂ ਬਣਦੀ ਹੈ ਕਿ ਜਿਸ ਤਰ੍ਹਾਂ ਇੱਕ ਪੰਛੀ ਨੇ ਉੱਚੀ ਉਡਾਰੀ ਲਗਾਉਣੀ ਹੋਵੇ ਤਾਂ ਉਹ ਉੱਡੇਗਾ ਤਾਂ ਹੀ ਜੇ ਉਸ 'ਤੇ ਖੰਭ ਹੋਣਗੇ। ਕੋਈ ਵਿਅਕਤੀ ਸਮਾਜ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਤੇ ਚਾਹੇ ਨਿਰੰਕਾਰ ਦੇ ਦੇਸ਼ ਵੱਲ ਉੱਚੀ ਉਡਾਰੀ ਲਗਾਉਣਾ ਚਾਹੁੰਦਾ ਹੋਵੇ ਤਾਂ ਫਿਰ ਪਰਿਵਾਰ ਉਸ ਦੇ ਖੰਭ ਬਣ ਜਾਂਦੇ ਨੇ। ਬਿਨਾਂ ਪਰਿਵਾਰ ਦੇ ਸਹਿਯੋਗ ਤੋਂ, ਬਿਨਾਂ ਪਰਿਵਾਰ ਦੀ ਮਦਦ ਤੋਂ, ਉਹਨਾਂ ਦੇ ਕੋਆਪਰੇਸ਼ਨ ਤੋਂ ਬਿਨਾਂ, ਪਰਿਵਾਰ ਦੇ ਮੈਂਬਰਾਂ ਦੇ ਕੋਆਪਰੇਸ਼ਨ ਤੋਂ ਬਿਨਾਂ ਕੋਈ ਵੀ ਵਿਅਕਤੀ ਸਫਲ ਨਹੀਂ ਹੁੰਦਾ ਜਾਂ ਉੱਚੀ ਉਡਾਰੀ ਨਹੀਂ ਜੇ ਲਗਾ ਸਕਦਾ। ਪਰਿਵਾਰ ਦੇ ਸਹਿਯੋਗ ਦੇ ਨਾਲ ਇਨਸਾਨ ਸੰਸਾਰ ਦੇ ਵਿੱਚ ਵੀ ਸਕਸੈਸਫੁਲ ਹੋ ਕੇ ਚੱਲਦਾ ਹੈ ਤੇ ਪਰਿਵਾਰ ਦੇ ਹੀ ਸਹਿਯੋਗ ਦੇ ਨਾਲ ਨਿਰੰਕਾਰ ਦੇ ਦਰ ਤੇ ਵੀ ਜਾ ਪਹੁੰਚਦਾ ਹੈ। ਪਰਿਵਾਰ ਇਸ ਦੀ ਰਿਹਾਇਸ਼ਗਾਹ,
ਸੰਸਾਰ ਜਿਹੜਾ ਕਿ ਕਰਮ ਭੂਮੀ ਹੈ, ਪਰ ਕਰਮ ਭੂਮੀ ਦੇ ਵਿੱਚ ਰਹਿੰਦਿਆਂ ਪਰਿਵਾਰ ਨੂੰ ਪਾਲਣ ਦੇ ਲਈ, ਆਪਣੀ ਪਰਵਰਿਸ਼ ਕਰਨ ਦੇ ਲਈ ਇਸ ਨੂੰ ਸੰਸਾਰੀ ਕਾਰ ਵਿਹਾਰ ਸਾਰੇ ਹੀ ਕਰਨੇ ਪੈਣਗੇ, ਪਰ ਉਹ ਵੀ ਪਰਿਵਾਰ ਦੇ ਸਹਿਯੋਗ ਦੇ ਸਦਕਾ ਹੀ ਕਰ ਸਕੇਗਾ। ਤੇ ਜੇ ਇਹ ਪਰਿਵਾਰ ਦੇ ਵਿੱਚ ਵੀ ਸਫਲ ਹੈ, ਸੰਸਾਰ ਦੇ ਵਿੱਚ ਵੀ ਅੱਛਾ ਬਿਜ਼ਨਸ ਕਰਦਿਆਂ ਹੋਇਆਂ ਸੋਹਣਾ ਨਾਮ ਕਮਾ ਰਿਹਾ ਏ, ਸਤਿਕਾਰ ਲੈ ਰਿਹਾ ਏ, ਤਾਂ ਫਿਰ ਨਿਰੰਕਾਰ ਦੇ ਦੇਸ਼ ਤਾਂ ਹੀ ਵਧਿਆ ਜਾ ਸਕੇਗਾ। ਭਾਵ ਮਨ ਤਾਂ ਹੀ ਜੁੜੇਗਾ ਜੇ ਸਾਰੇ ਪਾਸਿਓਂ ਸੁਖੀ ਏ। ਤਨ ਦੇ ਨਾਲ ਮਨ ਦਾ ਸੰਬੰਧ, ਮਨ ਦੇ ਨਾਲ ਤਨ ਜੁੜਿਆ ਏ। ਤਨ ਦੁਖੀ ਹੋਵੇਗਾ ਤਾਂ ਵੀ ਮਨ ਨਹੀਂ ਜੁੜੇਗਾ, ਤੇ ਜੇ ਇਹ ਰੁਜ਼ਗਾਰ ਹੀ ਨਾ ਪੂਰਾ ਕਮਾ ਸਕੇਗਾ, ਮਨ ਤਾਂ ਵੀ ਅਸ਼ਾਂਤ ਹੋਏਗਾ, ਮਨ ਜੁੜੇਗਾ ਨਹੀਂ, ਤੇ ਨਿਰੰਕਾਰ ਦੀ ਬੰਦਗੀ ਕਿਵੇਂ ਕਰੇਗਾ। ਭਗਤਾਂ ਨੂੰ ਵੀ ਕਹਿਣਾ ਪਿਆ ਗਿਆ ਕਿ ਭੂਖੇ ਭਗਤ ਨਾ ਕੀਜੈ, ਇਹ ਮਾਲਾ ਆਪਣੇ ਲੀਜੈ। ਪਰਿਵਾਰ ਦੇ ਵਿੱਚ ਤਾਂ ਹੀ ਇਨਸਾਨ ਕਾਮਯਾਬ ਹੈ ਜੇ ਉਹ ਜ਼ਿੰਮੇਵਾਰ ਹੈ, ਸਭ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਪਹਿਚਾਣਦਾ ਹੈ, ਛੋਟਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਸਤਿਕਾਰ ਦਿੰਦਾ ਹੈ। ਸੰਸਾਰ ਦੇ ਵਿੱਚ ਤਾਂ ਕਾਮਯਾਬ ਹੈ ਜੇ ਉਹ ਸਫਲ ਬਿਜ਼ਨਸਮੈਨ ਹੈ ਜਾਂ ਇਮਾਨਦਾਰ ਸਰਵਿਸਮੈਨ ਹੈ। ਜੋ ਵੀ ਕਰ ਰਿਹਾ ਹੈ, ਅਗਰ ਧਿਆਨ ਲਗਾ ਕੇ ਦਿਲੋਂ ਮਨੋਂ ਕਰੇਗਾ ਤਾਂ ਹੀ ਕਾਮਯਾਬ ਹੈ। ਪਰ ਨਿਰੰਕਾਰ ਦੇ ਦਰ ਤੇ ਤਾਂ ਪ੍ਰਵਾਨ ਹੈ ਜੇ ਉਹ ਭਗਤੀ ਕਰੇਗਾ। ਤਾਂ ਹੀ ਤਾਂ ਪੰਚਮ ਪਾਤਸ਼ਾਹ ਜੀ ਆਖਦੇ ਨੇ ਕਿ ਜੇ ਤੂੰ ਉਦਮ ਕਰੇਗਾ, ਮਿਹਨਤ ਕਰੇਗਾ, ਤਾਂ ਉਦਮ ਕਰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਭਾਵ ਤਿੰਨੇ ਹੀ ਕੰਮ ਤੇਰੇ ਸਫਲ, ਸੰਸਾਰ ਦੇ ਵਿੱਚ ਵੀ ਸਫਲ, ਪਰਿਵਾਰ ਦੇ ਵਿੱਚ ਵੀ ਸਫਲ, ਤੇ ਨਿਰੰਕਾਰ ਦੇ ਦਰ ਤੇ ਵੀ ਪ੍ਰਵਾਨ। ਸਾਰੇ ਦੇ ਸਾਰੇ ਜਪਜੀ ਸਾਹਿਬ ਦੀ ਸੰਪੂਰਨਤਾ ਕਰਦਿਆਂ ਹੋਇਆਂ ਸਾਹਿਬ ਨੇ ਅਖੀਰ ਤੇ ਮੋਹਰ ਰੂਪੀ ਦੂਸਰਾ ਸ਼ਲੋਕ ਜੋ ਦਰਜ ਕੀਤਾ, ਜਿਹੜਾ ਹਰ ਖੁਸ਼ੀ ਗਮੀ ਤੇ ਵੀ ਅਸੀਂ ਆਨੰਦ ਸਾਹਿਬ ਜੀ ਦੇ ਪਾਠ ਤੋਂ ਬਾਅਦ ਸਾਰੀ ਸੰਗਤ ਰਲ ਕੇ ਗੁਰੂ ਦੇ ਬਚਨਾਂ ਨੂੰ ਯਾਦ ਕਰਦੀ ਏ, ਪੜ੍ਹਦੇ ਹਾਂ, ਪਾਠ ਕਰਦੇ ਹਾਂ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਕਲ ਜਗਤ। ਇਸ ਸ਼ਲੋਕ ਦੇ ਵਿੱਚ ਸਾਹਿਬ ਨੇ 3 ਤੱਤਾਂ ਦਾ ਜ਼ਿਕਰ ਕੀਤਾ ਹੈ, ਹਵਾ, ਪਾਣੀ ਤੇ ਧਰਤੀ। ਜੇ ਪਹਿਲਾ ਸ਼ਲੋਕ ਮੂਲ ਮੰਤਰ ਦੀ ਵਿਆਖਿਆ ਕਰਦਿਆਂ ਦੱਸਦਾ ਹੈ ਕਿ ਉਸ ਨਿਰੰਕਾਰ ਨੂੰ ਮਿਲਣਾ ਤੇਰਾ ਮਕਸਦ ਹੈ, ਜਿਹੜਾ ਹੈ ਆਦ ਸਾਚੇ ਜੁਗਾਦ ਸਾਚੇ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਤਾਂ ਫਿਰ ਸੰਪੂਰਨਤਾ ਵਾਲੇ ਇਸ ਸ਼ਲੋਕ ਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਹੋਰ ਪਰਪੱਕ ਕੀਤਾ ਹੈ, ਦੂਸਰਿਆਂ ਨੂੰ ਉਤਸ਼ਾਹਿਤ ਕੀਤਾ ਹੈ, ਇੱਥੋਂ ਤੱਕ ਕਿ ਜਿਹੜੇ ਨਿਰੰਕਾਰ ਦੇ ਦਰ ਤੇ ਜਾ ਪਹੁੰਚੇ ਨੇ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ, ਨਦਰ ਨੇ ਹਾਲਤੀ ਜਿਨ੍ਹਾਂ ਨੂੰ ਆਸੀਸ ਤੇ ਬਖਸ਼ਿਸ਼ ਪ੍ਰਾਪਤ ਹੋ ਗਈ ਹੈ, ਪਰ ਉਹ ਸੁਸਾਇਟੀ ਦੇ ਵਿੱਚ ਰਹਿੰਦੇ ਸਨ, ਸੰਸਾਰ ਦੇ ਵਿੱਚ ਰਹਿੰਦੇ ਸਨ, ਪਰਿਵਾਰ ਦੇ ਵਿੱਚ ਰਹਿੰਦੇ ਸਨ। ਉਹਨਾਂ ਦੇ ਜਿਹੜੇ ਵੀ ਸੰਗੀ ਸਨ ਜਾਂ ਸਤ ਸੰਗੀ ਸਨ, ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਮੈਂ ਨਹੀਂ ਕਹਿ ਰਿਹਾ, ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਹੋਰ ਕਲੀਅਰ ਕੀਤਾ। ਉਹ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ, ਉਹ ਤਾਂ ਉਜਲੇ ਮੁਖ ਵਾਲੇ ਹੈ ਨਹੀਂ ਜਿਹੜੇ ਪਿਆਰੇ ਦੇ ਦਰ ਤੇ ਪ੍ਰਵਾਨ ਹੋ ਗਏ, ਬਲਕਿ ਉਹਨਾਂ ਦੇ ਸਦਕਾ ਹੋਰ ਕੀਤੀ ਛੁੱਟੀ ਨਾਲ, ਉੱਥੇ ਉਹਨਾਂ ਨੇ ਲਫ਼ਜ਼ ਹੋਰ ਦਰਜ ਕਰ ਦਿੱਤਾ, ਹੋਰ ਕੀਤੀ ਛੁੱਟੀ ਨਾਲ, ਭਾਵ ਹੋਰ ਕਿੰਨਿਆਂ ਦਾ ਹੀ ਉਧਾਰ ਹੋ ਗਿਆ। ਕੁੱਲ ਮਿਲਾ ਕੇ
ਪੰਜ ਤੱਤ ਨੇ, ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਤੇ ਪੰਜਾਂ ਤੱਤਾਂ ਤੋਂ ਹੀ ਸਾਰੇ ਜਗਤ ਦੀ ਰਚਨਾ। ਪਰ ਇੱਥੇ ਸਾਹਿਬ ਨੇ ਤਿੰਨ ਤੱਤਾਂ ਦਾ ਨਾਮ ਲੈ ਕੇ ਜ਼ਿਕਰ ਕੀਤਾ ਹੈ, ਜਿਹੜੇ ਕਿ ਇੱਕ ਪਰਿਵਾਰ ਦੇ ਲਈ ਜ਼ਰੂਰੀ ਹੈ, ਇੱਕ ਸੰਸਾਰ ਦੇ ਲਈ ਤੇ ਇੱਕ ਨਿਰੰਕਾਰ ਦੇ ਵਿੱਚ ਸਮਾਉਣ ਦੇ ਲਈ ਜ਼ਰੂਰੀ ਹੈ। ਕੁੱਲ ਮਿਲਾ ਕੇ ਤਿੰਨੋਂ ਹੀ ਇੱਕ ਉਪਦੇਸ਼ ਦਿੰਦੇ ਨੇ। ਕਹਿਣ ਤੋਂ ਮੁਰਾਦ ਕਿਧਰੇ ਹਵਾ ਦਾ ਬੁੱਲਾ ਆਉਂਦਾ ਹੈ, ਧਰਤੀ ਤੇ ਪਈ ਹੋਈ ਧੂੜ ਉੱਡਦੀ ਹੈ, ਉੱਡਦੇ ਜਾਂਦੀ ਉਹ ਰੇਤ ਦੇ ਕਣ, ਫਿਰ ਦੇਖੀਦਾ ਕਿ ਦੂਰ ਜਾ ਸਮਾਉਂਦੇ ਨੇ, ਫਿਰ ਧਰਤੀ ਦੇ ਵਿੱਚ ਆ ਮਿਲਦੇ ਨੇ। ਕਿਉਂ? ਮਨ ਦੇ ਵਿੱਚ ਖਿਆਲ ਪੈਦਾ ਹੁੰਦਾ ਜੀ, ਇਹ ਕਿਉਂ? ਚੰਗੀ ਭਲੀ ਤਾਂ ਧੂੜ ਉੱਡ ਰਹੀ ਸੀ, ਅਟਖੇਲੀਆਂ ਲਾ ਰਹੀ ਸੀ, ਹਵਾ ਦੇ ਵਿੱਚ ਆਨੰਦ ਮਾਣਦਿਆਂ ਇਹ ਫਿਰ ਵਾਪਸ ਕਿਉਂ ਧਰਤੀ ਤੇ ਜਾ ਸਮਾਈ ਹੈ? ਇੱਕ ਦੀਪਕ ਜਗਦਾ ਹੈ, ਉਸ ਜਗਦੇ ਹੋਏ ਦੀਵੇ ਦੀ ਲਾਟ ਆਪਾਂ ਦੇਖਦੇ ਹਾਂ ਕਿ ਉੱਪਰ ਜਾਂਦੀ ਹੈ ਆਕਾਸ਼ ਵੱਲ, ਉਹ ਨਹੀਂ ਧਰਤੀ ਵੱਲ ਜਾਂਦੀ। ਐਸਾ ਕੁਝ ਹੁੰਦਾ ਦੇਖ ਕੇ ਨਾ ਮਨ ਦੇ ਵਿੱਚ ਫਿਰ ਇੱਕ ਹੋਰ ਸਵਾਲ ਆ ਜਾਂਦਾ ਹੈ ਕਿ ਮਨਾ, ਜੇ ਉੱਡਦੀ ਹੋਈ ਧੂੜ ਵਾਪਸ ਧਰਤੀ ਵਿੱਚ ਜਾ ਰਹੀ ਸੀ ਤਾਂ ਦੀਵੇ ਦੀ ਲਾਟ ਕਿਉਂ ਨਹੀਂ ਧਰਤੀ ਵੱਲ ਜਾਂਦੀ ਹੈ? ਕਿਉਂ ਉੱਪਰ ਆਕਾਸ਼ ਵੱਲ ਕਿਉਂ ਉੱਪਰ ਜਾ ਰਹੀ ਹੈ? ਦੀਵਾ ਇੱਕ ਨਹੀਂ, ਭਾਵੇਂ ਹਜ਼ਾਰਾਂ ਜਗਦੇ ਹੁਣ, ਸਭਨਾਂ ਦੀ ਲਾਟ ਉੱਪਰ ਆਕਾਸ਼ ਵੱਲ ਜਾਂਦੀ ਹੈ। ਤੀਸਰਾ ਸਵਾਲ ਆਪਾਂ ਦੇਖਦੇ ਹਾਂ ਕਿ ਡੁੱਲਦਾ ਹੋਇਆ ਪਾਣੀ ਹਮੇਸ਼ਾ ਡੁੱਲ ਕੇ ਨਿਮਾਣ ਵੱਲ ਜਾਂਦਾ ਹੈ, ਧਰਤੀ ਤੇ ਡਿੱਗ ਕੇ ਬਿਨਾਂ ਨੀਵੇਂ ਪਾਸੇ ਵੱਲ ਹੋ ਤੁਰਦਾ ਹੈ। ਮਨ ਦੇ ਵਿੱਚ ਇਹ ਤੀਜਾ ਸਵਾਲ ਉਤਪੰਨ ਹੋ ਜਾਂਦਾ ਹੈ ਕਿ ਮਨਾ, ਜੇ ਜਗਦੇ ਹੋਏ ਦੀਪਕ ਦੀ ਲਾਟ ਉੱਪਰ ਨੂੰ ਜਾਂਦੀ ਸੀ ਤਾਂ ਪਾਣੀ ਕਿਉਂ ਥੱਲੇ, ਪਾਣੀ ਕਿਉਂ ਨਹੀਂ ਉੱਪਰ ਆਕਾਸ਼ ਵੱਲ ਜਾਂਦਾ? ਸਾਹਿਬ ਜੀ ਨੂੰ ਬੇਨਤੀ ਕੀਤੀ ਤੇ ਸਤਿਗੁਰੂ ਸਿੱਖ ਦੇ ਹਰ ਸਵਾਲ ਦਾ ਜਵਾਬ ਦਿੰਦੇ ਨੇ। ਪੂਰੇ ਸਤਿਗੁਰੂ ਨੇ ਨਾ। ਗਰੀਬ ਨਵਾਜ਼ ਪਾਤਸ਼ਾਹ ਜੀ ਨੂੰ ਪੁੱਛਿਆ, ਸਾਹਿਬ ਐਸਾ ਕਿਉਂ ਹੋ ਰਿਹਾ ਏ? ਅਸੀਂ ਦੇਖਿਆ ਹਵਾ ਦਾ ਬੁੱਲਾ ਆ ਰਿਹਾ ਸੀ, ਧਰਤੀ ਤੇ ਪਈ ਹੋਈ ਧੂੜ ਉੱਡਣ ਲੱਗ ਪਈ, ਉੱਡਦੀ ਹੋਈ ਫਿਰ ਦੂਰ ਜਾ ਕੇ ਫਿਰ ਵਾਪਸ ਧਰਤੀ ਵਿੱਚ ਸਮਾ ਗਈ। ਸਵਾਲ ਹੈ ਵੀ ਉਹ ਚੰਗੀ ਭਲੀ ਜੀ ਹਵਾ ਦੇ ਵਿੱਚ ਬੁੱਲੇ ਲੈ ਰਹੇ ਸੀ, ਕਿਉਂ ਵਾਪਸ ਗਈ ਧਰਤੀ ਦੇ ਵਿੱਚ? ਦੀਵਾ ਜਗਦਾ ਦੇਖਿਆ, ਉਸ ਦੀ ਲਾਟ ਆਕਾਸ਼ ਵੱਲ ਜਾ ਰਹੀ, ਉਹ ਕਿਉਂ ਨਹੀਂ ਧਰਤੀ ਵੱਲ ਗਈ? ਤੇ ਜੇ ਪਾਣੀ ਨੂੰ ਡੁੱਲਦਾ ਦੇਖਿਆ ਤੇ ਦੀਵੇ ਦੀ ਲਾਟ ਉੱਪਰ ਜਾ ਰਹੀ ਸੀ, ਪਰ ਪਾਣੀ ਥੱਲੇ ਨਿਵਾਣ ਵੱਲ ਗਿਆ, ਤੇ ਉਹ ਕਿਉਂ ਗਿਆ? ਉਹ ਕਿਉਂ ਨਹੀਂ ਉੱਪਰ ਆਕਾਸ਼ ਵੱਲ ਉੱਡ ਗਿਆ? ਗੁਰੂ ਪਾਤਸ਼ਾਹ ਪੂਰੇ ਸਤਿਗੁਰੂ ਨੇ। ਪੰਚਮ ਪਾਤਸ਼ਾਹ ਜੀ ਦੇ ਬਚਨ ਅੱਜ ਕਿਹੜਾ ਸਿੱਖ ਨਹੀਂ ਯਾਦ ਕਰਦਾ? ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੇ ਸਭ ਤੋਂ ਵੱਡੇ ਸਤਿਗੁਰੂ ਨੇ ਨਾ ਫਿਰ ਗਾਈਡਲਾਈਨ ਦਿੱਤੀ, ਸਵਾਲ ਦਾ ਜਵਾਬ ਦਿੱਤਾ, ਸਾਨੂੰ ਸਿੱਧੇ ਰਸਤੇ ਪਾਇਆ ਤੇ ਸਮਝਾਉਂਦਿਆਂ ਹੋਇਆਂ ਕਹਿਣ ਲੱਗੇ, ਉਹ ਪਿਆਰਿਆ, ਤੂੰ ਤਿੰਨ ਤੱਤਾਂ ਦੀ ਗੱਲ ਕੀਤੀ ਹੈ ਨਾ, ਇਹ ਤਿੰਨੇ ਹੀ ਤੱਤ, ਕਹਿਣ ਤੋਂ ਭਾਵ ਜਿਹੜੀ ਉੱਡਦੀ ਹੋਈ ਧੂੜ ਉਹ ਵਾਪਸ ਧਰਤੀ ਵਿੱਚ ਤਾਂ ਜਾ ਸਮਾਈ ਕਿਉਂਕਿ ਉਹ ਧੂੜ ਜਾਣਦੀ ਹੈ ਕਿ ਮੇਰਾ ਮੂਲ ਧਰਤੀ ਹੈ, ਧਰਤੀ ਹੈ। ਇਸ ਕਰਕੇ ਉੱਡਦੀ ਹੋਈ ਧੂੜ ਆਪਣੇ ਮੂਲ ਵਿੱਚ ਸਮਾਈ। ਫਿਰ ਸਾਹਿਬ, ਦੀਵੇ ਦੀ ਲਾਟ ਕਿਉਂ ਨਹੀਂ ਧਰਤੀ ਵੱਲ ਗਈ? ਉਹ ਕਿਉਂ ਉੱਪਰ ਆਕਾਸ਼ ਵੱਲ ਗਈ? ਗਰੀਬ ਨਵਾਜ਼ ਨੇ ਆਖਿਆ, ਉਹ ਪਿਆਰਿਆ ਧਿਆਨ ਕਰ, ਜੇ ਉਸ ਮਿੱਟੀ ਉਸ ਧੂੜ ਦਾ ਮੂਲ ਧਰਤੀ ਸੀ ਤਾਂ ਦੀਵੇ ਦੀ ਲਾਟ ਜੋ ਪ੍ਰਕਾਸ਼ ਕਰ ਰਹੀ ਹੈ ਅਗਨ ਬਾਲ ਕੇ, ਉਸ ਦਾ ਮੂਲ ਸੋਮਾ ਸੂਰਜ ਹੈ ਤੇ ਸੂਰਜ ਉੱਪਰ ਹੈ ਆਕਾਸ਼ ਦੇ ਵਿੱਚ, ਉਹ ਧਰਤੀ ਵਿੱਚ ਨਹੀਂ ਹੈ। ਇਸੇ ਕਰਕੇ ਹੀ ਉਹ ਜਗਦੀ ਹੋਈ ਲਾਟ ਵੀ ਉੱਪਰ ਆਕਾਸ਼ ਵੱਲ ਗਈ ਕਿਉਂਕਿ ਉਹ ਵੀ ਆਪਣੇ ਮੂਲ ਸੋਮਾ ਸੂਰਜ ਦੇ ਵਿੱਚ ਸਮਾਉਣਾ ਚਾਹੁੰਦੀ। ਫਿਰ ਸਾਹਿਬ, ਜੇ ਉਹ ਉੱਪਰ ਆਕਾਸ਼ ਵੱਲ ਜਾ ਰਹੀ ਸੀ ਤਾਂ ਤੀਸਰਾ ਸਵਾਲ, ਜਿਹੜੀ ਤੀਸਰੀ ਅਸੀਂ ਚੀਜ਼ ਵੇਖੀ, ਪਾਣੀ ਡੁੱਲਦਾ ਵੇਖਿਆ, ਡੁੱਲਦਾ ਹੋਇਆ ਪਾਣੀ ਕੇਵਲ ਧਰਤੀ ਤੇ ਨਹੀਂ ਜਾ ਕੇ ਡਿੱਗਿਆ ਬਲਕਿ ਧਰਤੀ ਤੋਂ ਵੀ ਨੀਵੇਂ ਪਾਸੇ ਹੋ ਤੁਰਿਆ। ਐਸਾ ਕਿਉਂ?
ਸਾਹਿਬ ਨੇ ਫਿਰ ਗੱਲ ਸਮਝਾਈ। ਉਹ ਪਿਆਰਿਆ, ਬਰੀਕੀ ਦੇ ਨਾਲ ਗੱਲ ਨੂੰ ਸੋਚ। ਜੇ ਧੂੜ ਦਾ ਮੂਲ ਧਰਤੀ ਸੀ, ਉਹ ਧੂੜ ਤਾਂ ਧਰਤੀ ਵਿੱਚ ਗਈ। ਦੀਪਕ ਅਤੇ ਉਸ ਦੀ ਲਾਟ ਦਾ ਮੂਲ ਸੂਰਜ ਸੀ। ਇਸ ਕਰਕੇ ਹਰ ਜਗਦੀ ਹੋਈ ਲਾਟ, ਚਾਹੇ ਇੱਕ ਦੀਵਾ ਜਗੇ ਸੈਂਕੜੇ ਹਜ਼ਾਰਾਂ, ਚਾਹੇ ਲੱਖਾਂ ਕਰੋੜਾਂ ਕਿਉਂ ਨਾ ਜਗਣ, ਸਭ ਦੇ ਵਿੱਚ ਇੱਕ ਗੱਲ ਦੀ ਬੜੀ ਪਿਆਰੀ ਸਾਂਝ, ਸਭਨਾਂ ਦੀ ਲਾਟ ਉੱਪਰ ਆਕਾਸ਼ ਵੱਲ ਜਾਂਦੀ ਹੈ, ਕਿਉਂਕਿ ਉਹ ਮੂਲ ਸੋਮਾ ਸੂਰਜ ਹੈ, ਉਸ ਦੇ ਵਿੱਚ ਸਮਾਉਣਾ ਚਾਹੁੰਦੀ ਹੈ। ਡੁੱਲਦਾ ਹੋਇਆ ਪਾਣੀ ਦਾ ਮੂਲ ਸੂਰਜ ਨਹੀਂ ਹੈ, ਬਲਕਿ ਸਮੁੰਦਰ ਹੈ, ਤੇ ਸਮੁੰਦਰ ਧਰਤੀ ਤੋਂ ਵੀ ਨੀਵਾਂ ਹੈ। ਇਸ ਕਰਕੇ ਡੁੱਲਦਾ ਹੋਇਆ ਪਾਣੀ ਕੇਵਲ ਧਰਤੀ ਤੇ ਨਹੀਂ ਟਿਕਦਾ, ਬਲਕਿ ਨੀਵੇਂ ਥਾਂ ਸਮੁੰਦਰ ਵੱਲ ਹੋ ਤੁਰਦਾ ਏ, ਕਿਉਂਕਿ ਉਹ ਵੀ ਆਪਣੇ ਮੂਲ ਸਮੁੰਦਰ ਦੇ ਵਿੱਚ ਸਮਾਉਣਾ ਚਾਹੁੰਦਾ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦੀ ਸਟੈਂਪ ਲਗਾਈ। ਕਹਿਣ ਲੱਗੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ। ਇਸ ਕਰਕੇ ਨਿਵਾਣ ਨੂੰ ਜਾਂਦਾ ਹੈ, ਕਿਉਂਕਿ ਉਹ ਆਪਣੇ ਮੂਲ ਵਿੱਚ ਸਮਾਉਣਾ ਚਾਹੁੰਦਾ ਹੈ। ਜਦੋਂ ਇਹ ਗੱਲ ਸੁਣੀ, ਆਤਮਾ ਝੰਜੋੜੀ ਗਈ। ਗੁਰੂ ਦਾ ਉਪਦੇਸ਼ ਕੰਨੀ ਪਿਆ। ਪਿਆਰਿਆ, ਤੂੰ ਵੀ ਆਪਣੇ ਮਨ ਨੂੰ ਸਮਝਾ ਤੇ ਕਹਿ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੇਖ, ਜੇ ਤਿੰਨੇ ਹੀ ਤੱਤ ਆਪੋ ਆਪਣੇ ਮੂਲ ਦੇ ਵਿੱਚ ਸਮਾ ਰਹੇ ਨੇ, ਤਾਂ ਤੂੰ ਵੀ ਤਾਂ ਜਨਮ ਲੈ ਕੇ ਆਇਆ ਹੈ, ਪਰਿਵਾਰ ਵਿੱਚ ਰਹਿ ਰਿਹਾ ਹੈ, ਸੰਸਾਰ ਵਿੱਚ ਨਿਭਾ ਰਿਹਾ ਹੈ। ਕਰਤਾਰ ਦੇ ਵਿੱਚ ਸਮਾਉਣਾ ਤੇਰਾ ਮੂਲ ਲਕਸ਼ ਹੈ, ਜ਼ਿੰਦਗੀ ਦਾ ਮਨੋਰਥ ਹੈ। ਤੂੰ ਵੀ ਤਾਂ ਆਪਣੇ ਮੂਲ ਦੇ ਵਿੱਚ ਸਮਾਣਾ। ਇਹ ਗੱਲ ਠੀਕ ਹੈ ਕਿ ਤੇਰਾ ਸਰੀਰਕ ਮੂਲ ਮਾਂ ਕੀ ਰਕਤ, ਪਿਤਾ ਬਿੰਦ ਤਾਰਾ, ਪਰ ਅਧਿਆਤਮਕ ਮੂਲ ਉਹ ਵਾਹਿਗੁਰੂ ਹੈ, ਨਿਰੰਕਾਰ ਹੈ, ਜਿਸ ਨੇ ਇਹ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਹਰਾ ਕਰਿਆ। ਉਹ ਰਾਖਣ ਹਾਰ ਸੰਭਾਲ ਜਨਾ, ਸਗਲੇ ਛੋੜ ਵਿਚਾਰ ਮਨਾ। ਸਾਰਾ ਕੁਝ ਛੱਡ ਕੇ ਉਸ ਪਿਆਰੇ ਦਾ ਨਾਮ ਜਪ। ਭਾਵ ਅਧਿਆਤਮਕ ਮੂਲ ਤੇਰਾ ਵਾਹਿਗੁਰੂ ਹੈ, ਪਰ ਸਰੀਰਕ ਮੂਲ ਤੇਰਾ ਕਿੰਨਾ ਮਾੜਾ ਸੀ। ਮਾਂ ਕੀ ਰਕਤ, ਪਿਤਾ ਬਿੰਦ ਤਾਰਾ। ਪਿਤਾ ਦੇ ਵੀਰਜ ਦੀ ਇੱਕ ਡ੍ਰੌਪ ਤੋਂ ਤੂੰ ਬਣ ਗਿਆ। ਨਿਰੰਕਾਰ ਨੇ ਤੈਨੂੰ ਕਿਤਨਾ ਸੁੰਦਰ ਸਰੂਪ ਦੇ ਦਿੱਤਾ, ਸਰੂਪ ਦੇ ਦਿੱਤਾ ਜਿਸ ਨੂੰ ਵੇਖ ਕੇ ਤੂੰ ਸ਼ੀਸ਼ੇ ਵਿੱਚ ਤੱਕ ਕੇ ਨਾ ਖੁਸ਼ ਹੁੰਦਾ ਹੈ, ਬਾਰ-ਬਾਰ ਹਾਰ ਸ਼ਿੰਗਾਰ ਕਰਦਾ ਹੈ, ਹੋਰ ਸਜਾਉਣਾ ਚਾਹੁੰਦਾ ਹੈ, ਮਾਣ ਕਰਦਾ ਹੈ, ਮੈਂ ਬਹੁਤ ਖੂਬਸੂਰਤ। ਪਰ ਗੁਰੂ ਸਾਹਿਬ ਜੀ ਇਹ ਝੰਜੋੜਦਿਆਂ ਹੋਇਆਂ, ਜਾਂ ਤੇਰੀ ਆਤਮਾ ਅੰਦਰੋਂ ਬੋਲਦੀ ਏ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਨੂੰ। ਜਿਸ ਨੇ ਤੈਨੂੰ ਸੁੰਦਰਤਾ ਦਿੱਤੀ ਹੈ ਨਾ, ਤੂੰ ਉਸ ਨੂੰ ਯਾਦ ਕਰ, ਤੂੰ ਵੀ ਆਪਣੇ ਮੂਲ ਵੱਲ ਜਾ। ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਸ਼ਾਰਟ ਜਿਹੇ ਲਫ਼ਜ਼ਾਂ ਦੇ ਵਿੱਚ, ਬਰੀਫਲੀ, ਬਿਲਕੁਲ ਸੰਖੇਪ ਦੇ ਵਿੱਚ ਸਾਨੂੰ ਸਮਝਾਇਆ ਹੈ ਅਸੀਂ ਕਿਵੇਂ ਸਮਾ ਸਕਦੇ ਹਾਂ। ਤਿੰਨ ਤੱਤਾਂ ਦਾ ਨਾਮ ਲੈ ਕੇ ਪਰਿਵਾਰ, ਸੰਸਾਰ ਤੇ ਘਰ ਦੇ ਨਾਲ ਤਿੰਨੇ ਹੀ ਸੰਬੰਧਿਤ ਨੇ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਮਹੱਤ ਕਹਿੰਦੇ ਨੇ ਵਿਸ਼ਾਲ ਨੂੰ, ਵੱਡੀ ਨੂੰ। ਧਰਤੀ ਬੜੀ ਵਿਸ਼ਾਲ, ਪਰ ਪਵਨ ਰੂਪ ਤੇਰੇ ਲਈ ਗੁਰੂ, ਉਸ ਨਿਰੰਕਾਰ ਨੇ ਬਖਸ਼ਿਸ਼ ਕੀਤਾ। ਪਾਣੀ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਤੇ ਪਿਤਾ ਦਾ ਕੀ ਫਰਜ਼ ਹੁੰਦਾ ਹੈ? ਪਰਵਰਿਸ਼ ਕਰਦਾ ਹੈ। ਪਾਣੀ ਕੀ ਕਰਦਾ ਹੈ? ਪਰਵਰਿਸ਼ ਹੀ ਤਾਂ ਕਰਦਾ ਹੈ। ਜਿਤ ਹਰਿਆ ਸਭ ਕੋਏ। ਪੌਣ ਦੇ ਵਿੱਚੋਂ ਤੂੰ ਸਵਾਸ ਲੈਂਦਾ ਏ, ਸਵਾਸ ਇੱਕ ਚੱਲਦਾ ਹੈ ਨੀਚਿਓਂ ਉੱਪਰ। ਗੁਰੂ ਵੀ ਤੈਨੂੰ ਨੀਚਿਓਂ ਉੱਪਰ ਲੈ ਕੇ ਜਾਂਦਾ ਹੈ। ਸਵਾਸ ਹਵਾ ਦੇ ਵਿੱਚੋਂ ਲੈਂਦੇ ਆ। ਅਗਰ
ਹਵਾ ਦੇ ਵਿੱਚੋਂ ਆਕਸੀਜਨ ਰੂਪੀ ਸਵਾਸ ਆਉਣੇ ਬੰਦ ਹੋ ਜਾਣੇ ਇਨਸਾਨ ਮਰ ਜਾਂਦਾ ਏ। ਪਿਆਰਿਆ, ਜੇ ਤੇਰੀ ਜ਼ਿੰਦਗੀ ਦੇ ਵਿੱਚੋਂ ਗੁਰੂ ਦੀ ਯਾਦ ਤੈਨੂੰ ਨਿਕਲ ਗਈ ਤੇ ਤੂੰ ਵੀ ਜਿਉਂਦਾ ਨਹੀਂ ਹੋ ਰਹੇਗਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਇਸ ਮਾਤਾ ਪਿਤਾ ਦੇ ਕਰਕੇ ਤੇਰਾ ਜਨਮ ਹੋਇਆ, ਤੂੰ ਸੰਸਾਰ ਦੇ ਵਿੱਚ ਆ ਗਿਆ। ਸੰਸਾਰ ਦੇ ਵਿੱਚ ਆਉਂਦਿਆਂ ਕੀ ਤੈਨੂੰ ਚਾਹੀਦਾ ਸੀ? ਕਿਉਂਕਿ ਤੂੰ ਆਪਣੀ ਸੰਭਾਲ ਨਹੀਂ ਸੀ ਕਰ ਸਕਦਾ। ਜਨਮ ਹੋ ਗਿਆ, ਅੰਗ ਪੂਰੇ ਨੇ, ਪਰ ਤੂੰ ਪੈਰਾਂ ਨਾਲ ਤੁਰ ਨਹੀਂ ਸਕਦਾ। ਹੱਥ ਹਨ, ਹੱਥਾਂ ਨਾਲ ਕੁਝ ਕਰ ਨਹੀਂ ਸਕਦਾ। ਜੀਭਾ ਹੈ, ਪਰ ਬੋਲ ਕੇ ਤੂੰ ਆਪਣਾ ਦੁੱਖ ਨਹੀਂ ਦੱਸ ਸਕਦਾ ਨਾ। ਜ਼ੁਬਾਨ ਤਾਂ ਹੈ, ਪਰ ਤੇਰੇ ਦੰਦ ਹੀ ਨਹੀਂ ਆਏ, ਖਾਏਂਗਾ ਕੀ? ਪਰ ਇੱਥੇ ਵੀ ਕਿਰਪਾ ਤਿੰਨਾਂ ਦੀ ਵਰਤੀ। ਮਾਤਾ ਤੇ ਪਿਤਾ ਤੇਰੇ ਖਿਡਾਵੇ ਬਣ ਗਏ। ਮਾਂ ਨੇ ਤੈਨੂੰ ਦੁੱਧ ਪਿਲਾਇਆ, ਪਿਤਾ ਨੇ ਤੇਰਾ ਪਰਵਰਿਸ਼ ਦਾ ਸਾਰਾ ਆਰ ਪਾਰ ਕੀਤਾ, ਤੇ ਨਿਰੰਕਾਰ ਵਾਹਿਗੁਰੂ ਨੇ ਤੇਰੇ ਜਨਮ ਤੋਂ ਪਹਿਲਾਂ ਹੀ ਮਾਂ ਦੀ ਛਾਤੀ ਦੇ ਵਿੱਚ ਤੇਰਾ ਦੁੱਧ ਰੂਪੀ ਖੁਰਾਕ ਭੋਜਨ ਤੇਰਾ ਬੰਦੋਬਸਤ ਕਰ ਦਿੱਤਾ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਦਿਨ ਤੇ ਰਾਤ ਰੂਪੀ ਦੋ ਖਿਡਾਵੇ ਜਿਨ੍ਹਾਂ ਦੇ ਵਿੱਚ ਸਾਰਾ ਹੀ ਜਗਤ ਖੇਡ ਰਿਹਾ ਹੈ। ਅਖਰੀ ਅਰਥੇ ਬਣ ਗਏ। ਪਰ ਇਸ ਤੋਂ ਅੱਗੇ ਚੱਲੀਏ, ਕੁਝ ਸੋਚੀਏ। ਕਈ ਬੱਚੇ ਐਸੇ ਵੀ ਅਨਲੱਕੀ ਹੁੰਦੇ ਨੇ ਸਿੱਧ, ਜਿਨ੍ਹਾਂ ਦਾ ਜਨਮ ਹੋਣ ਤੋਂ ਪਹਿਲਾਂ ਹੀ ਪਿਤਾ ਚੜ੍ਹਾਈ ਕਰ ਗਿਆ ਹੁੰਦਾ ਹੈ। ਪਿਤਾ ਦੀ ਸ਼ਕਲ ਵੀ ਨਾ ਦੇਖ ਸਕੇ, ਪਿਆਰ ਤੱਕ ਹੀ ਮੰਨਣਾ, ਛਤਰ ਛਾਇਆ ਨਾ ਮਿਲੇ, ਪਿਤਾ ਦੀ ਅਸੀਸ ਵੀ ਨਾ ਮਿਲ ਸਕੀ, ਗੋਦ ਵਿੱਚ ਵੀ ਨਾ ਬੈਠ ਸਕੇ। ਕਈ ਐਸੇ ਵੀ ਹੁੰਦੇ ਨੇ ਜਿਨ੍ਹਾਂ ਦਾ ਜਨਮ ਹੁੰਦਿਆਂ ਹੀ ਮਾਂ ਚੱਲ ਵਸੀ। ਕੋਈ ਬਚਪਨ ਦੇ ਵਿੱਚ ਹੀ ਯਤੀਮ ਹੋ ਗਿਆ, ਕੋਈ 4 ਸਾਲ ਬਾਅਦ, ਕੋਈ ਜਨਮ ਹੁੰਦਿਆਂ ਹੀ ਯਤੀਮ ਹੋ ਗਿਆ, ਕੋਈ ਬਚਪਨ ਦੇ ਵਿੱਚ। ਕੁਝ ਐਸੇ ਵੀ ਅਨਲੱਕੀ ਹੁੰਦੇ ਨੇ, ਮਾਂ ਬਾਪ ਵੀ ਹਨ, ਪਰ ਉਹ ਸਕੂਲ ਨਹੀਂ ਜਾ ਸਕੇ, ਉਸਤਾਦ ਨਹੀਂ ਮਿਲਿਆ, ਕੋਈ ਗੁਰੂ ਨਹੀਂ ਮਿਲਿਆ, ਕੋਈ ਟੀਚਰ ਨਹੀਂ ਮਿਲਿਆ, ਉਸ ਤੋਂ ਕੋਈ ਗਿਆਨ ਦੀ ਸਿੱਖਿਆ ਨਹੀਂ ਲੈ ਸਕੇ। ਪਰ ਗੁਰੂ ਸਾਹਿਬ ਜੀ ਨੇ ਹੱਡ ਮਾਸ ਦੇ ਬਣੇ ਹੋਏ ਮਾਤਾ ਪਿਤਾ ਤੇ ਉਸਤਾਦ ਰੂਪੀ ਗੁਰੂ ਤਿੰਨਾਂ ਨੂੰ ਹੀ ਪਾਸੇ ਕਰਦਿਆਂ ਕਿ ਕੋਈ ਐਸੇ ਇਹਨਾਂ ਤੋਂ ਵਾਂਝਾ ਵੀ ਰਹਿ ਸਕਦਾ ਏ, ਗੱਲ ਕਰ ਦਿੱਤੀ ਕਿ ਪਵਨ ਹੈ ਇਨਸਾਨ ਤੇਰੇ ਲਈ ਗੁਰੂ ਬਣ ਕੇ ਤੈਨੂੰ ਹਮੇਸ਼ਾ ਹੀ ਉਪਦੇਸ਼ ਦੇਗਾ, ਤੇਰੇ ਮੂਲ ਦੇ ਵਿੱਚ ਸਮਾਉਣ ਦੇ ਲਈ। ਗੁਰੂ ਤੇਰੀ ਉਂਗਲ ਉਵੇਂ ਫੜੇਗਾ, ਹਰ ਸਵਾਸ ਜਿਸ ਤਰ੍ਹਾਂ ਹਵਾ ਤੇਰੀ ਉਂਗਲ ਫੜ ਕੇ ਚੱਲਦੀ ਤੈਨੂੰ ਆਕਸੀਜਨ ਦੇ ਰਹੀ ਹੈ। ਤੇਰੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਇਤਨੀ ਮਹਾਨ ਦੇਣ ਹੈ, ਇਤਨੀ ਮਹਾਨ ਜ਼ਰੂਰਤ ਹੈ। ਪਾਣੀ ਦਾ ਸੁਭਾਅ ਪਰਵਰਿਸ਼ ਕਰਨਾ, ਪਿਤਾ ਦੀ ਥਾਂ ਤੇ ਪਾਣੀ ਤੈਨੂੰ ਪਾਲੇਗਾ। ਪਾਣੀ ਤੋਂ, ਪਾਣੀ ਦੇ ਵਿੱਚ ਬਾਣੀ ਮਿਲ ਗਈ, ਅੰਮ੍ਰਿਤ ਅੰਦਰ ਵਸ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ। ਮਾਤਾ ਧਰਤ ਮਹਤ, ਬੜੀ ਵਿਸ਼ਾਲ ਧਰਤੀ ਤੇਰੇ ਲਈ ਮਾਂ ਦਾ ਰੂਪ ਲੈ ਕੇ ਆਈ। ਹੋ ਸਕਦਾ ਹੈ ਕਿਸੇ ਨੂੰ ਮਾਂ ਦੀਆਂ ਲੋਰੀਆਂ ਨਹੀਂ ਮਿਲੀਆਂ, ਰਾਤੀ ਸੌਣ ਲੱਗੀਆਂ ਮਾਂ ਵਿਛੜ ਗਈ। ਦਿਨ ਵੇਲੇ ਪਿਤਾ ਨੇ ਘੋੜਾ ਬਣ ਕੇ ਬੱਚੇ ਨੂੰ ਸਵਾਰੀ ਨਾ ਕਰਵਾ ਸਕਿਆ, ਚੱਲ ਵਸਿਆ। ਪਰ ਨਾ ਗੁਰੂ ਨੇ, ਪਰਮਾਤਮਾ ਨੇ ਸਾਥ ਛੱਡਿਆ, ਨਾ ਪਾਣੀ ਰੂਪੀ ਅੰਮ੍ਰਿਤ ਨੇ ਸਾਥ ਛੱਡਿਆ, ਨਾ ਹੀ ਵਿਸ਼ਾਲ ਧਰਤੀ ਨੇ ਸਾਥ ਛੱਡਿਆ। ਉਹ ਤਾਂ ਸਭਨਾਂ ਨੂੰ ਮਿਲ ਗਿਆ। ਫਿਰ ਸਾਹਿਬ ਨੇ ਇੱਕ ਕਦਮ ਹੋਰ ਅੱਗੇ ਵਧਾਇਆ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਪਾਣੀ ਉਸ ਨੂੰ ਵੀ ਮਿਲਿਆ, ਧਰਤੀ ਉਸ ਨੂੰ ਵੀ ਮਿਲੀ, ਹਵਾ ਵੀ ਉਸ ਨੂੰ ਮਿਲੀ। ਤੇ ਫਿਰ ਸਾਹਿਬ ਨੇ ਆਖ ਦਿੱਤਾ ਕਿ ਦਿਨ ਤੇ ਰਾਤ ਰੂਪੀ 24 ਘੰਟੇ ਸਾਰਿਆਂ ਨੂੰ ਮਿਲੇ ਨੇ। ਕੋਈ ਉੱਚਾ ਨੀਵਾਂ ਨਹੀਂ, ਕੋਈ ਗਰੀਬ ਨਹੀਂ। ਨਿਰੰਕਾਰ ਦੀ ਨਜ਼ਰ ਦੇ ਵਿੱਚ ਕੋਈ ਵਿਤਕਰਾ, ਕੋਈ ਭਿੰਨ ਭੇਦ ਨਹੀਂ। ਤੇ ਫਿਰ ਖੇਲੈ ਸਗਲ ਜਗਤ, ਭਾਵ ਸਮਾਂ ਵੀ ਸਾਰਿਆਂ ਨੂੰ ਜ਼ਿੰਦਗੀ ਦਾ ਮਿਲਿਆ ਹੈ। ਪਰ ਇਸ ਜ਼ਿੰਦਗੀ ਵਿੱਚ ਵਿਚਰਦਿਆਂ, ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਦੇ ਸਾਥ ਦੇ ਨਾਲ
ਨਿਰੰਕਾਰ ਵੱਲ ਕੌਣ ਵੱਧਦਾ ਏ, ਚੰਗੇ ਕੰਮ ਕਿਹੜਾ ਕਰਦਾ ਏ, ਮਾੜੇ ਕੰਮ ਕਿਹੜਾ ਕਰਦਾ ਏ, ਉਹ ਵੀ ਸਭ ਕੁਝ ਨੋਟ ਹੋ ਰਿਹਾ ਹੈ। ਨਿਰੰਕਾਰ ਦੇ ਅਹਿਲਕਾਰ ਧਰਮਰਾਜ ਚਿਤਰਗੁਪਤ ਸਾਰਾ ਕੁਝ ਨੋਟ ਕਰ ਰਹੇ ਨੇ। ਚੰਗਿਆਈਆਂ ਬੁਰਿਆਈਆਂ ਵਾਚੈ, ਵਾਚੈ ਤਾਂ ਭਾਵ ਬਿਲਕੁਲ ਗੌਰ ਦੇ ਨਾਲ ਦੇਖਣਾ, ਵਾਚ ਕਰਨਾ। ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ। ਹੁਣ ਸਾਡੀ ਆਪਣੀ ਆਪਣੀ ਕਰਨੀ ਹੈ ਨਾ, ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਚੰਗਾ ਮਾੜਾ ਕਿਸੇ ਨੂੰ ਨਹੀਂ ਕਹਿ ਸਕਦੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਸ ਤਰ੍ਹਾਂ ਕੁਝ ਸਾਲ ਪਹਿਲੋਂ ਸਕੂਲਾਂ ਦੇ ਵਿੱਚ, ਖਾਸ ਤੌਰ 'ਤੇ ਲੜਕੀਆਂ ਦੇ ਸਕੂਲਾਂ ਦੇ ਵਿੱਚ ਜੋ ਟੀਚਰਾਂ ਹੁੰਦੀਆਂ ਸਨ, ਬੜੀ ਭਾਵਨਾ ਦੇ ਨਾਲ ਬੱਚੀਆਂ ਨੂੰ ਰਸੋਈ ਸਿੱਖਿਆ ਦਿੰਦਿਆਂ ਹੋਇਆਂ ਇੱਕ ਦਿਨ ਐਸਾ ਵੀ ਰੱਖ ਲੈਂਦੀਆਂ ਸਨ, ਜਦੋਂ ਸਾਰੀਆਂ ਲੜਕੀਆਂ ਨੂੰ, ਆਪਣੀਆਂ ਸਟੂਡੈਂਟਸ ਨੂੰ ਬਿਲਕੁਲ ਬਰਾਬਰ ਦਾ ਰਸਤ ਆਟਾ, ਘਿਓ, ਖੰਡ, ਪਾਣੀ ਅਤੇ ਪੰਜਵਾਂ ਸਟੋਵ ਦੇ ਦਿਆ ਕਰਦੀਆਂ ਸਨ ਅੱਗ ਬਾਲਣ ਦੇ ਲਈ। ਅਤੇ ਆਖਿਆ ਕਰਦੀਆਂ ਸਨ, ਬੱਚੇ ਤੁਸੀਂ ਪ੍ਰਸ਼ਾਦ ਬਣਾਉਣਾ ਹੈ, ਕੜਾਹ ਪ੍ਰਸ਼ਾਦ। ਸਕੂਲਾਂ ਦੇ ਵਿੱਚ, ਖਾਲਸਾ ਸਕੂਲਾਂ ਦੇ ਵਿੱਚ ਬੱਚੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ, ਸਕੂਲਾਂ ਦੇ ਵਿੱਚ ਕੜਾਹ ਪ੍ਰਸ਼ਾਦ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਅਤੇ ਐਗਜ਼ਾਮ ਲਿਆ ਜਾਂਦਾ ਸੀ। ਬਰਾਬਰ ਦੀ ਰਸਤ ਸਾਰਾ ਕੁਝ ਦੇ ਕੇ ਅਤੇ ਨਾਲ ਹੀ ਫਿਰ ਉਹਨਾਂ ਨੂੰ ਸਮਾਂ ਵੀ 1 ਘੰਟਾ ਦਿੱਤਾ ਜਾਂਦਾ ਸੀ ਕਿ ਬੇਟਾ ਸਾਰਿਆਂ ਦੇ ਲਈ ਇੱਕ ਸਾਰ ਇੱਕੋ ਹੀ ਟਾਈਮ, ਬਰਾਬਰ ਦਾ ਆਟਾ, ਬਰਾਬਰ ਦਾ ਘਿਓ, ਬਰਾਬਰ ਦੀ ਖੰਡ, ਬਰਾਬਰ ਦਾ ਹੀ ਪਾਣੀ ਅਤੇ ਪੰਜਵਾਂ ਅੱਗ ਬਾਲਣ ਦੇ ਲਈ ਸਟੋਵ ਵੀ ਦੇ ਦਿੱਤੇ ਜਾਂਦੇ। ਬੇਟਾ ਤੁਸੀਂ ਕੜਾਹ ਪ੍ਰਸ਼ਾਦ ਬਣਾਉਣਾ ਹੈ, ਸਾਰਿਆਂ ਲਈ ਸਮਾਂ 1 ਘੰਟਾ। ਕੋਈ ਤਾਂ ਜਿਸ ਨੇ ਟੀਚਰ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਸੀ, ਇੱਕਦਮ ਪਰਫੈਕਟ ਕੜਾਹ ਪ੍ਰਸ਼ਾਦ ਬਿਲਕੁਲ ਠੀਕ ਠਾਕ ਤਿਆਰ ਕਰ ਦਿੱਤਾ। ਪਰ ਕਿਸੇ ਨੇ ਪਾਣੀ ਜ਼ਿਆਦਾ ਪਾ ਕੇ ਲੇਟੀ ਬਣਾ ਦਿੱਤੀ, ਕਿਸੇ ਨੇ ਸੇਕ ਜ਼ਿਆਦਾ ਲਗਾ ਕੇ ਆਟਾ ਜ਼ਿਆਦਾ ਭੁੰਨ ਲਿਆ, ਕਾਲਾ ਕਰ ਦਿੱਤਾ, ਕਿਸੇ ਨੇ ਖੰਡ ਘੱਟ ਪਾ ਦਿੱਤੀ, ਮਿਠਾਈ ਨਾ ਪੂਰਾ ਬਣਿਆ। ਭਾਵ ਕਰਮੀ ਆਪੋ ਆਪਣੀ ਹੋ ਗਈ ਅਤੇ ਉਹ ਜਿਹੜੀ ਤਾਂ ਬਿਲਕੁਲ ਪਰਫੈਕਟ ਬਣਾ ਕੇ ਗਈ, ਉਹ ਦਿਲ ਜਿੱਤ ਗਈ ਆਪਣੇ ਪਰਿਵਾਰ ਦੇ ਵਿੱਚ ਰਹਿੰਦਿਆਂ, ਸੰਸਾਰ ਦੇ ਨਾਲ ਨਿਭਾਉਂਦਿਆਂ। ਜਿਨ੍ਹਾਂ ਨੇ ਨਿਰੰਕਾਰ ਦਾ ਨਾਮ ਜਪਿਆ, ਕਠਿਨ ਘਾਲਣਾ ਕੀਤੀ, ਕਠਿਨ ਤਪੱਸਿਆ ਕੀਤੀ, ਵਿਕਾਰਾਂ ਵੱਲੋਂ ਬਚਦਿਆਂ 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 ਓੜਕ ਪਹੁੰਚ ਗਏ ਪਿਆਰੇ ਦੇ ਦਰਬਾਰ 'ਤੇ। ਮੁਸ਼ੱਕਤ ਉਹਨਾਂ ਨੇ ਖਾਸ ਸਖਤ ਕੀਤੀ। ਮੁਸ਼ੱਕਤ ਕਹਿੰਦੇ ਨੇ ਮਿਹਨਤ ਨੂੰ। ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ। ਕਿਉਂਕਿ ਨਾਮ ਜਪਣਾ ਸੌਖੀ ਜੀ ਗੱਲ ਨਹੀਂ। ਦੁਨੀਆ ਨੂੰ ਵਿਹਲੇ ਹੀ ਲੱਗਦੇ ਹੋਣਗੇ ਨਾਮ ਜਪਣ ਵਾਲੇ ਭਗਤ ਪਿਆਰੇ ਸੰਤ ਲੋਕ, ਪਰ ਅਸਲ ਦੇ ਵਿੱਚ ਨਾਮ ਜਪਣਾ ਹੀ ਸਭ ਤੋਂ ਔਖਾ ਕੰਮ ਹੈ ਦੁਨੀਆ ਦਾ। ਆਪਾਂ ਕੇਵਲ ਗੁਰੂ ਦੇ ਬਚਨ ਯਾਦ ਕਰਕੇ ਲੰਘ ਜਾਂਦੇ ਹਾਂ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ, ਪਰ ਅਸਲ ਦੇ ਵਿੱਚ ਆਖਣ ਔਖਾ ਸਾਚਾ ਨਾਮ। ਸਾਹਿਬ ਫਰਮਾ ਰਹੇ ਨੇ, ਜਿਨ੍ਹਾਂ ਨੇ ਉਹ ਔਖਾ ਕੰਮ ਕਰ ਲਿਆ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ। ਉਹਨਾਂ ਦੇ ਮੁਖ ਫਿਰ ਉਜਲੇ ਗਿਣੇ ਗਏ, ਪਿਆਰੇ ਦੇ ਦਰ 'ਤੇ ਉਹ ਸਨਮਾਨੇ ਗਏ, ਬੜੇ ਸਤਿਕਾਰ ਵਾਲੇ ਹੋਏ। ਉਹਨਾਂ ਦੇ ਚਿਹਰੇ 'ਤੇ ਨੂਰ ਹੀ ਨੂਰ, ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਦੀ ਕੂੜ ਦੀ ਪਾਲ ਟੁੱਟ ਗਈ। ਉਹ ਸਚਿਆਰ, ਉਹ ਪ੍ਰਧਾਨ, ਉਹ ਪੰਚ ਗਿਣੇ ਗਏ। ਉਹ ਗੁਰਮੁਖ ਤੇ ਉਹ ਗੁਰਸਿੱਖ ਕਹਿ ਕੇ ਉਹਨਾਂ ਨੂੰ ਬ੍ਰਹਮ ਗਿਆਨੀ ਦਾ ਖਿਤਾਬ ਦੇ ਕੇ ਨਿਰੰਕਾਰ ਨੇ ਆਪਣਾ ਹੀ ਰੂਪ ਬਣਾ ਲਿਆ। ਬ੍ਰਹਮ ਗਿਆਨੀ ਆਪ ਪਰਮੇਸ਼ਰ ਸਿੱਧ ਹੋ ਗਏ। ਅਤੇ ਉਹਨਾਂ ਦੇ ਸਦਕਾ ਜਿਹੜੇ ਉਹਨਾਂ ਦੇ ਸੰਗੀ ਸਨ, ਸੰਸਾਰ ਦੇ ਵਿੱਚ ਰਹਿੰਦਿਆਂ ਬੇਲੀ ਸਨ, ਸਤ ਸੰਗਤ ਦੇ ਵਿੱਚ ਗੁਰਸਿੱਖ ਸਨ, ਗੁਰਮੁਖ, ਅਤੇ ਪਰਿਵਾਰ ਦੇ ਜਿਤਨੇ ਵੀ ਸਾਥੀ ਪਰਿਵਾਰਕ ਮੈਂਬਰ ਸਨ, ਸਾਰਿਆਂ ਦਾ ਹੀ ਛੁਟਕਾਰਾ ਹੋ ਗਿਆ। ਭਾਵ ਉਹਨਾਂ ਦੇ ਵੀ ਮਾਇਕ ਬੰਧਨ ਕੱਟੇ ਗਏ, ਪਿਆਰੇ ਨੂੰ ਪਾ ਗਏ। ਗਰੀਬ ਨਵਾਜ਼ ਨੇ ਕਿਰਪਾ ਕੀਤੀ ਹੈ। ਜਪਜੀ ਸਾਹਿਬ ਜਿਹੜਾ ਕਿ ਹੈ ਸੰਖੇਪ ਜਿਹਾ ਰੂਪ, ਪਰ ਇਤਨਾ ਵਿਸ਼ਾਲ
ਉਪਦੇਸ਼ ਜਿਵੇਂ ਹੀਰੇ ਲਾਲ ਜਵਾਹਰਾਤਾਂ ਦੇ ਨਾਲ ਮਾਨ ਸਰੋਵਰ ਭਰਿਆ ਹੁੰਦਾ ਹੈ। ਸਰੋਵਰ ਬੜਾ ਵੱਡਾ ਹੈ ਗੁਰੂ ਗ੍ਰੰਥ ਸਾਹਿਬ ਰੂਪ, ਪਰ ਮਾਨ ਸਰੋਵਰ ਗੁਰੂ ਗ੍ਰੰਥ ਸਾਹਿਬ ਰੂਪ ਸਮੁੰਦਰ ਬੜਾ ਵਿਸ਼ਾਲ ਹੈ, ਪਰ ਮਾਨ ਸਰੋਵਰ ਛੋਟਾ ਜਿਹਾ ਤਲਾਬ ਹੁੰਦਿਆਂ ਵੀ ਹੀਰਿਆਂ ਨਾਲ ਜਵਾਹਰਾਤਾਂ ਦੇ ਨਾਲ ਭਰਿਆ, ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਜਪਜੀ ਸਾਹਿਬ ਦੇ ਅੰਦਰ ਅਮੋਲਕ ਬਚਨਾਂ ਰੂਪੀ ਪਦਾਰਥ ਨੇ। ਇਹ ਸੇਵਾ ਕੋਈ ਵੀ ਇਨਸਾਨ ਆਪਣੇ ਬਲਬੂਤੇ ਨਹੀਂ ਕਰ ਸਕਦਾ, ਜ਼ੋਰ ਨਹੀਂ ਹੈ ਕੋਈ। ਸਾਹਿਬ ਨੇ ਆਖਿਆ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਨਾ ਜ਼ੋਰ ਦੇ ਨਾਲ ਇਹ ਸੇਵਾ ਮੰਗੀ ਜਾ ਸਕਦੀ, ਨਾ ਹੀ ਕੁਝ ਬੋਲਿਆ ਤੇ ਨਾ ਹੀ ਕੁਝ ਕਿਹਾ ਜਾ ਸਕਦਾ ਹੈ। ਮੇਰੇ ਨਿਰੰਕਾਰ ਵਾਹਿਗੁਰੂ ਨੇ ਇਸ ਔਗਣੇ ਆਰੇ ਆਪਣੇ ਦਾਸ ਅਮਰਜੀਤ ਸਿੰਘ ਗੁਲਸ਼ਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੈ। ਆਪ ਸੰਗਤਾਂ ਨੇ ਆਸੀਸਾਂ ਦਿੱਤੀਆਂ ਨੇ। ਆਪ ਜੀ ਨੇ ਜਪਜੀ ਸਾਹਿਬ ਜੀ ਦਾ ਉਹ ਮਹਾਨ ਕਾਰਜ ਕਰਵਾ ਲਿਆ ਜਿਹੜਾ ਸੁਣਿਆ ਹੈ, ਸੰਗਤਾਂ ਨੇ ਦੱਸਿਆ ਹੈ, ਕਿਉਂਕਿ ਸੰਗਤ ਦੀ ਡਿਮਾਂਡ ਸੀ ਕਿ ਜਪਜੀ ਸਾਹਿਬ ਜੀ ਦੇ ਟੀਕਿਆਂ ਦੇ ਵਿਚਾਰਾਂ ਦੇ ਆਡੀਓ ਕਥਾ ਦੇ ਬੜੇ ਹੀ ਪ੍ਰੋਗਰਾਮ ਮਿਲਦੇ ਨੇ, ਸੁਣਦੇ ਹਾਂ, ਪਰ ਵੀਡੀਓ ਦੇ ਰੂਪ ਦੇ ਵਿੱਚ ਫਿਲਾਸਫੀਕਲੀ ਖਾਸ ਤੌਰ ਤੇ ਕਦੇ ਵੀ ਨਹੀਂ ਹੋ ਸਕਿਆ। ਕੁਛ ਇੱਕ ਮੇਰੇ ਵੀਰਾਂ ਨੇ ਇੰਟਰਨੈਟ 'ਤੇ ਸਾਰੀ ਸਰਚ ਕੀਤੀ ਕਿ ਫਿਲਾਸਫੀਕਲੀ ਗੁਰਬਾਣੀ ਕਥਾ ਆਫ ਜਪਜੀ ਸਾਹਿਬ ਮਿਲ ਜਾਵੇ, ਪਰ ਨਾ ਢੂੰਡ ਸਕੇ। ਉਹਨਾਂ ਨੇ ਫਿਰ ਹੁਕਮ ਕੀਤਾ ਕਿ ਦੁਨੀਆ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਐਸਾ ਹੋਏਗਾ ਕਿ ਗੁਰੂ ਜੋ ਜਪਜੀ ਸਾਹਿਬ ਜੀ ਦੇ ਅੰਦਰ, ਕਿਉਂਕਿ ਗੁਰੂ ਦੇ ਹਰ ਬਚਨ ਦੇ ਪਿੱਛੇ ਕੋਈ ਰਮਜ਼ ਹੈ, ਫਿਲਾਸਫੀ ਹੈ, ਫਿਲਾਸਫੀਕਲੀ ਵਿਚਾਰ ਨੂੰ ਪ੍ਰਗਟਾਉਂਦਿਆਂ ਹੋਇਆਂ ਜਪਜੀ ਸਾਹਿਬ ਦੀਆਂ ਪੌੜੀ ਵਾਈਜ਼ ਵਿਚਾਰ ਕੀਤੀ ਜਾਏ। ਇੱਕ ਐਪੀਸੋਡ ਬਣ ਗਿਆ, 40 ਐਪੀਸੋਡ ਸੰਗਤ ਦੇ ਸੇਵਾ ਦੇ ਵਿੱਚ ਹਾਜ਼ਰ ਹੋ ਗਏ। ਤੇ ਮਾਣ ਆਪਣੇ ਗੁਰੂ 'ਤੇ ਹੈ, ਫਖਰ ਆਪਣੇ ਗੁਰੂ 'ਤੇ ਹੈ। ਔਗਣ ਮੇਰੇ ਨੇ, ਸਤਿਗੁਰੂ ਬਖਸ਼ ਲੈਣ। ਇਹ ਜੋ ਸੇਵਾ ਹੈ ਆਪ ਸੰਗਤਾਂ ਨੇ ਪ੍ਰਵਾਨ ਕਰਨੀ। ਜਿੱਥੇ ਕੋਟਾਨ ਕੋਟ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਉੱਥੇ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਚੱਢਾ, ਸਤਿਕਾਰਯੋਗ ਭੈਣ ਜੀ ਬੀਬੀ ਸਤਨਾਮ ਕੌਰ ਜੀ ਚੱਢਾ ਅਤੇ ਸਮੂਹ ਪਰਿਵਾਰ ਦਾ, ਜਿਨ੍ਹਾਂ ਨੇ ਆਪ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਦਿਆਂ ਗੁਰੂ ਦੇ ਚਰਨਾਂ ਨਾਲ ਲੱਗਦਿਆਂ ਹੋਇਆਂ ਇਸ ਕਾਰਜ ਨੂੰ ਬੜਾ ਸਹਿਯੋਗ ਦੇ ਕੇ ਨੇਪਰੇ ਚੜ੍ਹਾਇਆ ਹੈ। ਕਿੰਨਾ ਸ਼ਬਦਾਂ ਦੇ ਨਾਲ ਪਿਆਰੇ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹੋਵਾਂ, ਕਿੰਨਾ ਸ਼ਬਦਾਂ ਦੇ ਨਾਲ ਸੰਗਤਾਂ ਦੇ ਚਰਨ ਚੁੰਮ ਲਵਾਂ। ਮੇਰੇ ਵਿੱਚੋਂ ਪਾਇਆ ਨਹੀਂ ਹੈ, ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਅਣਜਾਣ ਤੇ ਨਾਚੀਜ਼ ਸੇਵਕ ਜਾਣ ਕੇ ਖਿਮਾ ਕਰ ਦੇਣਾ। ਕੇਵਲ ਤੇ ਕੇਵਲ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਹੋਇਆਂ ਗੁਰੂ ਦੀ ਕਿਰਪਾ ਤੇ ਆਪ ਸੰਗਤਾਂ ਦੀਆਂ ਅਸੀਸਾਂ ਰੂਪੀ ਫਤਿਹ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ, 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 ਗੁਰੂ ਕਿਰਪਾ। ਤਰਬ ਸਾਂਝੀ ਗੁਰਬਾਣੀ ਪੇਸ਼ ਕਰਦੇ ਨੇ। ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਆਪਾਂ ਦੇਖਦੇ ਹਾਂ ਕਿ ਇੱਕ ਗਰੀਬ ਵਿਅਕਤੀ ਤਾਂ ਦੁਖੀ ਹੈ ਹੀ, ਪਰ ਅਮੀਰ ਵੀ ਦੁਖੀ ਹੀ ਦਿਖਾਈ ਦਿੰਦਾ ਹੈ। ਗੁਣਾਂ ਤੋਂ ਸਖਣਾ ਗੁਣਹੀਨ ਵਿਅਕਤੀ ਤਾਂ ਦੁਖੀ ਹੈ, ਪਰ ਗੁਣਵਾਨ ਤੇ ਵਿਦਵਾਨ ਵੀ ਦੁਖੀ ਦਿਖਾਈ ਦਿੰਦਾ ਹੈ। ਪਰਜਾ ਦੇ ਅੰਦਰ ਤਾਂ ਦੁੱਖ ਪਸਰਿਆ ਹੈ, ਪਰ ਇੱਥੇ ਤਾਂ ਪ੍ਰਜਾਪਤੀ ਰਾਜਾ ਵੀ ਸੁਖ ਦੀ ਨੀਂਦੇ ਸੁੱਤਾ ਨਹੀਂ ਜੇ ਮਿਲਦਾ। ਜਗਤ ਦੀ ਐਸੀ ਹਾਲਤ ਨੂੰ ਦੇਖਿਆ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ, ਤੇ ਸਾਹਿਬ ਕਹਿ ਉਠੇ, ਨਾਨਕ ਦੁਖੀਆ ਸਭ ਸੰਸਾਰ।